ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਮੋਦੀ ਸਰਕਾਰ ਨੇ ਕਿਸਾਨਾਂ ਦੀ ਇੱਕ ਹੋਰ ਮੰਗ ਮੰਨੀ, ਹੁਣ ਪਰਾਲੀ ਸਾੜਨਾ ਜੁਰਮ ਨਹੀਂ। 29 ਨਵੰਬਰ ਨੂੰ ਸੰਸਦ ਤੱਕ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ। ਪਟਿਆਲਾ 'ਚ 3 ਸਾਲਾ ਭਾਂਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ। ਪੈਟਰੋਲ ਸਣੇ ਟਾਵਰ ਤੇ ਚੜਿਆ ਅਧਿਆਪਕ ਤੇ ਟੈਂਕੀ ਤੇ ਚੜਨ ਤੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੀਐਮ ਚੰਨੀ ਨੇ ਦਿੱਤੀ ਸਖਤ ਚੇਤਾਵਨੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਪਰਾਲੀ ਸਾੜਨ ਨੂੰ ਅਪਰਾਧ ਮੁਕਤ ਕਰਨ ਦੀ ਮੰਗ ਕੀਤੀ ਸੀ। ਭਾਰਤ ਸਰਕਾਰ ਨੇ ਵੀ ਇਹ ਮੰਗ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਰਾਲੀ ਸਾੜਨ ਨੂੰ ਅਪਰਾਧ ਮੁਕਤ ਕਰਨ ਦੀ ਮੰਗ ਕੀਤੀ ਗਈ ਸੀ। ਭਾਰਤ ਸਰਕਾਰ ਨੇ ਵੀ ਇਹ ਮੰਗ ਮੰਨ ਲਈ ਹੈ। ਪਰਾਲੀ ਸਾੜਨ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਣ ਦਾ ਫੈਸਲਾ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਕੇਂਦਰ ਸਰਕਾਰ ਨੇ ਲਿਆ ਹੈ। ਇਸ ਤੋਂ ਪਹਿਲਾਂ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਲੀ ਵਿਭਿੰਨਤਾ, ਜ਼ੀਰੋ ਬਜਟ ਖੇਤੀ ਅਤੇ ਐਮਐਸਪੀ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਦੇ ਮੁੱਦਿਆਂ ਤੇ ਵਿਚਾਰ ਕਰਨ ਲਈ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇंदे होंगे। किसान संगठनों ने पराली जलाने पर किसानों पर क्रिमिनल ऑफेंस से उन्हें मुक्त किया जाए, यह मांग भी की थी। भारत सरकार ने इस मांग को भी मान लिया है। जहां तक आंदोलन के दौरान केस रजिस्टर्ड का सवाल है, वह राज्य सरकार के अधिकार क्षेत्र का विषय है। राज्य सरकारें केस की गंभीरता को ध्यान में रखते हुए उस पर निर्णय करेगी। मुआवजे का सवाल भी राज्य सरकारों के अधीन है। राज्य सरकारें अपने राज्य की नीति के अनुसार इस पर फैसला करेंगी। ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਬਾਅਦ ਕਿਸਾਨਾਂ ਨੇ 29 ਨਵੰਬਰ ਨੂੰ ਸੰਸਦ ਵੱਲ ਟਰੈਕਟਰ ਮਾਰਚ ਨਾ ਕਰਨ ਦਾ ਫੈਸਲਾ ਕੀਤਾ ਹੈ। ਮੋਰਚੇ ਦੀ ਅਗਲੀ ਬੈਠਕ 4 ਦਸੰਬਰ ਨੂੰ ਹੋਵੇਗੀ। ਅੱਜ ਮੋਰਚੇ ਦੀ ਬੈਠਕ ਸੰਘਰਸ਼ ਦੀ ਅਗਲੀ ਰਣਨੀਤੀ ਤੇ ਚਰਚਾ ਕਰਨ ਲਈ ਸੱਦੀ ਗਈ ਸੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨੀ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਬਾਰਡਰਾਂ ਤੇ ਡਟੇ ਰਹਿਣਗੇ, ਕਿਉਂਕਿ ਐਮਐਸਪੀ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਬਾਕੀ ਹਨ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਰਕਾਰ ਨੇ 29 ਨਵੰਬਰ ਨੂੰ ਸੰਸਦ ਵਿੱਚ ਬਿੱਲ ਲਿਆ ਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ। ਇਸ ਸਭ ਦੇ ਮੱਦੇਨਜ਼ਰ ਅਸੀਂ 29 ਨਵੰਬਰ ਦਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਪਵੇਗੀ। ਕਿਸਾਨ एमएसपी तो बिना पीछे नहीं हटेंगे। देखिए, क्योंकि जब हमने 29 का संसद कूच का ऐलान किया था, तब 3 कानून रिपील नहीं हुए थे। उन्होंने पार्लियामेंट में विश्वास दिलाया है कि वो 29 को इन्हें रिपील करेंगे। हमने वेट किया है और ऐलान करते हैं कि 29 का संसद कूच संयुक्त किसान मोर्चा की तरफ से सस्पेंड किया जाता है, पोस्टपोन किया जाता है। और सेकेंडली, हमने तभी प्रधानमंत्री जी को चिट्ठी लिखी थी जिसमें हमारा एमएसपी का मुद्दा, जो हमारे किसान शहीद हुए हैं उनको उनके लिए कंपेंसेशन और रिहेबिलिटेशन परिवारों का, जो साथी हमारे ऊपर केस हुए हैं, केवल हरियाणा में ही 48,000 किसानों के ऊपर केस हैं। वो केस यूपी, पंजाब, हरियाणा सब जगह के जो हैं, वो सब केस वापसी का मुद्दा है। फिर मुद्दा है कि जो यहाँ हमारा है कि हमें एक स्मारक के लिए जगह दी जाए, और लखीमपुर खीरी के इंसिडेंट के दोषी जो हैं वो अपने टैनी साहब, उनको बर्खास्त किया जाए। बिजली बिल और पराली वाला बिल जो है वो बर्खास्त किए जाए। ये मुद्दे जो थे, ये मुद्दों को लेकर प्रधानमंत्री जी को चिट्ठी लिखी गई थी, वो अभी उनके ऊपर जवाब आना बाकी है। इसलिए 4 तारीख को हम अगले एक्शन का ऐलान करेंगे। राजवीर जडौन जी आगे इस बात को जारी रखेंगे।
ਪਟਿਆਲਾ ਤੋਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਾਮੇ ਨੇ ਆਪਣੀ 3 ਸਾਲਾ ਭਾਂਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮੌਕੇ ਤੇ ਪਹੁੰਚੀ ਥਾਣਾ ਕੋਤਵਾਲੀ ਪੁਲਿਸ ਦੇ ਇੰਚਾਰਜ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਤੇਜਬਾਗ ਕਲੋਨੀ ਹਾਊਸ ਨੰਬਰ 1 ਵਿਖੇ ਇੱਕ ਛੋਟੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜਦੋਂ ਮਾਮਲੇ ਦੀ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਨਾਇਰਾ ਨਾਂ ਦੀ ਔਰਤ ਆਪਣੀ 3 ਸਾਲਾ ਬੱਚੀ ਨਾਲ ਕਪੂਰਥਲੇ ਤੋਂ ਆਪਣੇ ਪੇਕੇ ਘਰ ਪਟਿਆਲਾ ਵਿਖੇ ਆਈ ਸੀ। ਇਸ ਦੌਰਾਨ ਉਸ ਦੇ ਮਾਮੇ ਪੰਕਜ ਨੇ ਆਪਣੀ ਹੀ ਭਾਂਜੀ ਦਾ ਕਿਸੇ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਘਰਦਿਆਂ ਦੇ ਮੁਤਾਬਿਕ ਮ੍ਰਿਤਕ ਲੜਕੀ ਦਾ ਮਾਮਾ ਪੰਕਜ ਦਿਮਾਗੀ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਅੰਸਰਾਜ ਹੈ ਜੀ। ਹੌਸਲਾ ਜੀ, ਕੀ ਹੋਇਆ? ਕੌਣ ਰਹਿੰਦੇ ਨੇ? ਕੀ ਹੋਇਆ ਜੀ? ਇਹ ਜਦ ਸਾਨੂੰ ਪਤਾ ਲੱਗਾ ਜੀ ਖੱਪ ਜੀ ਪਈ ਹੈ, ਕਹਿੰਦੇ ਬੱਚੇ ਨੂੰ ਅੰਦਰ ਸੂਏ ਦੇ ਵੱਜੇ ਹੋਏ, ਅਸੀਂ ਚੁੱਕ ਕੇ ਲੈ ਕੇ ਗਏ ਹਸਪਤਾਲ ਜੀ, ਰਜਿੰਦਰਾ ਛੱਡ ਕੇ ਆਏ हैं। ਉੱਥੇ ਜਾ ਕੇ ਉਹਨਾਂ ਨੇ ਦਾਖਲ ਕਰਿਆ, ਚੈੱਕ ਚੁੱਕ ਕਰ ਰਹੇ थे जी। फिर उन्होंने जवाब दे दिया था। कितनी की उम्र से बच्चे थे? 3 साढ़े 3 साल ਦੇ ਬੱਚੇ ਹੋਣੇ। किस तरह मुझे चाकू ਉਹਦੇ ਭਾਂਜੇ ਦਾ ਕਹਿ ਰਹੇ थे जी, ਭਾਂਜੇ ਨੇ ਕਰਿਆ। ਭਾਂਜਾ ਕੋਣ ਹੈ? ਉੱਥੇ ਰਹਿੰਦੇ ਸੀ? ਇੱਥੇ ਇਕੱਠੀ ਰਹਿੰਦੇ ਜੀ, ਵਿੱਚ ਉਹਦਾ ਥੋੜੀ ਦਿਮਾਗੀ ਆਪਰੇਸ਼ਨ ਦਿੱਤਾ ਦਿਮਾਗ ਤੋਂ। ਸਕੀ ਭਾਂਜੀ ਸੀਗੀ? ਸਕੀ ਭਾਂਜੀ ਹੈ ਜੀ ਉਹਦੀ। ਇਹ ਮੋਗੇ ਦੀ ਹੈ ਮੇਰੇ ਕੋਲ ਕੁੜੀ, ਮੋਗੇ ਵਿਆਹੀ ਹੋਈ ਹੈ। ਉਹਦੇ ਕੀ ਵੈਸੇ ਰਹਿਣਾ? ਆਪਣੇ ਮਾਂ-ਬਾਪ ਕੋਲ ਆਈ ਹੋਈ ਸੀ, ਇਹਨਾਂ ਦੇ ਡੈਡੀ ਢਿੱਲੇ ਤੇ ਉਹਨਾਂ ਦੀ ਖਬਰ ਲਈ ਆਈ ਹੋਈ ਸੀ ਰਹਿਣ ਲਈ। ਕਿੰਨੀ ਉਮਰ ਸੀ ਜੀ ਬੱਚੀ ਦੀ? 3 ਸਾਢੇ 3 ਸਾਲ ਦੇ ਬੱਚੇ ਜੀ। ਇਹ ਜੀ ਤੇਜਬਾਗ ਕਲੋਨੀ ਦੇ ਵਿੱਚ ਹਾਊਸ ਨੰਬਰ 1 ਦੇ ਵਿੱਚ ਅੱਜ ਸਾਨੂੰ ਇਤਲਾਹ ਮਿਲੀ ਕਿ ਮਾਹਿਰਾ ਨਾਮ ਦੀ ਲੜਕੀ ਸੀ, ਉਹ ਆਪਣੇ ਨਾਨਕੇ ਆਈ ਹੋਈ ਸੀ ਆਪਣੀ ਮਦਰ ਦੇ ਨਾਲ, ਤੇ 3.5 ਸਾਲ ਦੀ ਕੁੜੀ ਸੀ। ਉਹਦੇ ਮਾਮੇ ਨੇ ਪੰਕਜ ਨੇ ਉਹਦਾ ਮਤਲਬ ਕਿਸੇ ਤਿੱਖੀ ਚੀਜ਼ ਉਹਦੇ ਪੇਟ ਦੇ ਵਿੱਚ ਮਾਰ ਕੇ ਉਹਦਾ ਮਰਡਰ ਕਰਤਾ ਸੀ। ਕਾਰਨ ਕੀ ਰਿਹਾ? ਕੀ ਕਾਰਨ ਹੈ? ਪਤਾ ਲੱਗਿਆ ਕੀ ਹੈ? ਕਾਰਨ ਜੀ ਬਾਕੀ ਤਫਤੀਸ਼ ਜਾਰੀ ਹੈ ਤੇ ਕੁਝ ਉਹਦੇ ਘਰਦਿਆਂ ਦਾ ਕਹਿਣਾ ਵੀ ਹੈ ਕਾਫੀ ਦੇਰ ਤੋਂ ਮਤਲਬ ਪੰਕਜ ਜਿਹੜਾ ਸੀਗਾ ਉਹਦੇ ਘਰਦਿਆਂ ਮੁਤਾਬਕ ਡਿਪਰੈਸ਼ਨ ਸੀਗਾ। ਕਿੱਥੋਂ ਦੇ ਰਹਿਣ ਵਾਲੇ ਸੀ ਪੰਕਜ ਔਰ ਜੀ? ਕਿੱਥੋਂ ਦੇ ਆਏ ਸੀ ਉਹ ਦੋਨੋਂ? ਇਹ ਪੰਕਜ ਤਾਂ ਜੀ ਇੱਥੋਂ ਦਾ ਹੀ ਹੈ, ਉਹਦਾ ਘਰ ਹੀ ਹੈ ਪੰਕਜ ਦਾ, ਤੇ ਉਹਦੀ ਸਿਸਟਰ ਆਈ ਹੋਈ ਸੀ ਕਪੂਰਥਲੇ ਤੋਂ। ਤੇ ਉਹਦੇ ਫਾਦਰ ਕੋਈ ਆਪਰੇਸ਼ਨ ਹੋਣਾ ਸੀਗਾ, ਉਹਦੇ ਸੰਬੰਧ 'ਚ ਇੱਥੇ ਆਈ ਹੋਈ ਸੀ। 2 ਦਿਨ ਹੋਏ ਸੀ, ਉਹਦਾ ਹਸਬੰਡ ਛੱਡ ਕੇ ਗਿਆ ਸੀਗਾ ਤੇ ਉਹਦੀ 3.5 ਸਾਲ ਦੀ ਕੁੜੀ ਸੀ। ਤੇ ਇਹਨੇ ਮਤਲਬ ਅੱਜ ਇੱਥੇ ਡਰੈਗ ਨੂੰ ਲਿਜਾ ਕੇ ਉਹਦਾ ਮਰਡਰ ਕਰਤਾ ਜੀ। ਕਿੱਦਾਂ ਦੀ ਹੁਣ ਕਾਰਵਾਈ ਆਪਣੇ ਅਮਲ 'ਚ ਚੱਲੀ ਹੈ? ਹੁਣ ਜੀ ਉੱਥੇ ਜਿਹੜੀ ਉਹ ਬੇਟੀ ਨੂੰ, ਉਹਨੂੰ ਕੁੜੀ ਲੜਕੀ ਨੂੰ, ਬੱਚੀ ਨੂੰ ਉੱਥੇ ਹਸਪੀਟਲ ਮਤਲਬ ਮੋਰਚਰੀ ਦੇ ਵਿੱਚ ਜਮ੍ਹਾਂ ਕਰਾਤਾ। ਉਹਦੇ ਫਾਦਰ ਆ ਰਹੇ ਨੇ ਲੜਕੀ ਦੇ, ਤੇ ਉਹਦੇ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ। ਹਾਂਜੀ, ਫੋਰੈਂਸਿਕ ਟੀਮ ਆ ਗਈ ਹੈ, ਉਹ ਜੋ ਸਾਡੇ ਐਵੀਡੈਂਸ ਸੀਗਾ ਫੋਰੈਂਸਿਕ ਟੀਮ ਵੱਲੋਂ ਕਲੈਕਟ ਕਰਾ ਲਿਆ। ਨੂੰ ਅਰੈਸਟ ਕਰ ਲਿਆ? ਪੰਕਜ ਨੂੰ ਹਜੇ ਪਰਚਾ ਦੇ ਕੇ ਜੀ ਕਰਾਂਗੇ ਜੀ। ਹਾਂਜੀ ਵੈਸੇ ਚੰਡੀਗੜ੍ਹ ਵਿੱਚ ਅੱਜ ਪੰਜਾਬ MLA ਹੋਸਟਲ ਦੇ ਸਾਹਮਣੇ ਇੱਕ ਅਧਿਆਪਕ ਟੈਲੀਫੋਨ ਐਕਸਚੇਂਜ ਟਾਵਰ ਤੇ ਚੜ੍ਹ ਗਿਆ। ਇਸ ਦੌਰਾਨ ਉਸ ਦੇ ਹੱਥ ਵਿੱਚ ਪੈਟਰੋਲ ਦੀ ਬੋਤਲ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਐਲੀਮੈਂਟਰੀ ਟੀਚਰ ਟ੍ਰੇਨਿੰਗ ਕੀਤੀ ਹੈ, ਪਰ ਲਗਾਤਾਰ ਮੰਗ ਦੇ ਬਾਵਜੂਦ ਉਸ ਦੀ ਨੌਕਰੀ ਪੱਕੀ ਨਹੀਂ ਹੋ ਰਹੀ ਸੀ, ਇਸ ਲਈ ਉਹ ਸਿਖਰ ਤੇ ਚੜ੍ਹ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਅਧਿਆਪਕ ਅੱਜ ਸਵੇਰੇ 4 ਵਜੇ ਦੇ ਕਰੀਬ ਟਾਵਰ ਤੇ ਚੜ੍ਹ ਗਏ। ਫਾਇਰ ਫਾਈਟਰਸ ਨੇ ਉਸ ਨੂੰ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਉਤਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਦੇਖੋ, ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲੇ 5 ਸਾਲ ਹੋ ਗਏ, ਪੰਜਾਬ ਦੇ ਮੁਲਾਜ਼ਮਾਂ ਨੂੰ ਡਾਂਗਾ ਮਾਰ ਕੇ ਭਜਾਇਆ ਜਾ ਰਿਹਾ, ਕੁੱਟਿਆ ਜਾ ਰਿਹਾ। 4.5 ਸਾਲ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਵੀ ਕਿਸੇ ਮੁਲਾਜ਼ਮ ਜਥੇਬੰਦੀ ਨੂੰ ਨਹੀਂ ਮਿਲੇ ਉਹਨਾਂ ਦੀਆਂ ਮੰਗਾਂ ਨੂੰ ਸੁਣਨ ਵਾਸਤੇ। ਹੁਣ ਨਵਾਂ ਚੀਫ ਮਿਨਿਸਟਰ ਆਈ ਉਹੀ ਕਰਤੂਤਾ ਕਰ ਰਿਹਾ ਜੋ ਕੈਪਟਨ ਸਾਹਿਬ ਕਰ ਰਹੇ ਸੀ। ਇਹਨਾਂ ਨੂੰ ਮਿਲਣ ਦੇ ਬਜਾਏ ਇਹਨਾਂ ਨੂੰ ਡਾਂਗਾ ਮਾਰ ਰਿਹਾ। ਕੱਲ ਤੁਸੀਂ ਦੇਖਿਆ ਹੋਣਾ ਕਿਵੇਂ ਡਿਪਟੀ CM ਨੇ ਗਾਲਾਂ ਕੱਢੀਆਂ, ਇਹਨਾਂ ਮੰਤਰੀਆਂ ਨੇ ਕੱਢੀਆਂ, ਕਿਵੇਂ ਘੂਰਦੇ ਰਹੇ, ਕਿਵੇਂ ਮੁੱਖ ਮੰਤਰੀ ਦੇ ਜਦੋਂ ਗਏ ਸੀ ਗੱਲ ਕਰਨ ਵਾਸਤੇ ਕਿਵੇਂ ਕੁੱਟੇ ਗਏ। ਅੱਜ ਮੁਲਾਜ਼ਮ ਉੱਤੇ ਟਾਵਰ ਤੇ ਚੜ੍ਹ ਰਿਹਾ ਆਪਣੀ ਜਾਨ ਦੇਣ ਵਾਸਤੇ। ਕਿਉਂ ਚੜ੍ਹ ਰਿਹਾ? ਕਿਉਂਕਿ ਇਹਨਾਂ ਨਾਲ ਧੱਕਾ ਹੋ ਰਿਹਾ। ਤੁਸੀਂ ਦੇਖ ਲਓ, ਮੁਲਾਜ਼ਮ ਜਦੋਂ ਦੇ ਪੰਜਾਬ ਬਣਿਆ, ਜਿੰਨੇ ਪੇ ਕਮਿਸ਼ਨ ਲਾਗੂ ਕੀਤੇ ਗਏ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ। ਸਾਰੀ ਰਿਕਮੈਂਡੇਸ਼ਨ ਪੇ ਕਮਿਸ਼ਨ ਦੀਆਂ ਕੱਲੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ। ਐਕਤੀ ਮੌਕਾ ਸੀ ਪੇ ਕਮਿਸ਼ਨ ਨੂੰ ਰਿਕਮੈਂਡ ਕਰਕੇ ਉਹਨਾਂ ਨੂੰ ਐਕਸੈਪਟ ਕਰਨੀ ਨੋਰਮਲੀ ਜਿਹੜੀ ਸੀਗੀਆਂ, ਪਰ ਉਹ ਵੀ ਇਹਨਾਂ ਨੇ 5 ਸਾਲ ਨਹੀਂ ਕੀਤੀਆਂ। ਦੇਖੋ, ਪੂਰੇ 5 ਸਾਲ ਹੋ ਗਏ
पे कमीशन की रिपोर्ट नहीं की, एक्सैप्ट की, जो आई फिर उन्होंने एक्सैप्ट नहीं की। तो इस करके आ जी एंटी इंपलॉइज की जी सोच लैके कांग्रेस चली है, तो जिमें इन्हों की गुंडागर्दी ते आए है, इन्हों ते झूठे केस भी दर्ज कर दिते है। ਇਹਦਾ मतलब जे कोई इंसान अपनी डेमोक्रेटिक सिस्टम विच जे कोई अपनी मंग लेके आए मुख मंत्री करे, तुसी कोई डरा के उन्होंने केस रजिस्टर करोगे? ए जी हिटलर डिक्टेटरशिप नहीं चलूगी। महीना रह गया इन्हों का। पंजाब की जनता ते पंजाब के मुलाजम कांग्रेस नूं सबक सिखाउणगे। सुखबीर जी क्या कहेंगे, आज अरविंद केजरीवाल आ रहे हैं और दूसरी तरफ गेस्ट टीचर दिल्ली में धरना दिए बैठे हैं और आज टीचर मैं वही कहना, अरविंद केजरीवाल जो है वो दिल्ली कुछ करते हैं, इत्थे कुछ। दिल्ली 10 साल हो गए ਕੰਟਰੈਕਚੁਅਲ EMPLOYEES ਰੌਲਾ ਪਾਉਂਦੇ ਕਿ ਸਾਨੂੰ ਰੈਗੂਲਰ ਕਰੋ। ਇੱਕ EMPLOYE ਨੂੰ 10 ਸਾਲਾਂ 'ਚ ਰੈਗੂਲਰ ਨਹੀਂ ਕੀਤਾ। ਇੱਥੇ ਆ ਕੇ ਇੱਥੇ ਦੂਜੀ ਭਾਸ਼ਾ ਬੋਲਦੇ ਆ। ਜਿਹੜੀ ਭਾਸ਼ਾ ਤੁਸੀਂ ਦਿੱਲੀ ਬੋਲਦੇ ਹੋ, ਜਿੱਥੋਂ ਦੇ ਮੁੱਖ ਮੰਤਰੀ ਹੈ, ਜਿੱਥੇ ਉਹਨਾਂ ਆਪ ਹੈ, ਉੱਥੇ ਕਰਦੇ ਨਹੀਂ। ਸੋ ਆ ਡਬਲ ਫੇਸ ਹੈ ਜਿਹੜਾ ਹੈਗਾ। ਇਹਨਾਂ ਦੀ ਸੋਚ ਕੱਲੀ ਵੋਟਾਂ ਪ੍ਰਤੀ ਹੈ। कि दिल्ली के गेस्ट टीचरों की पहले सुनी जानी चाहिए या पंजाब के टीचरों की? मैं कहना चाह रहा पंजाब के टीचरों का तो फैसला कर नहीं सकता केजरीवाल। जे कर सकता अज दस्तखत करके बहाल कर सकता तो दिल्ली के टीचरों की कर सकता है। पंजाब की तो कला हल्लाशेरी या सपोर्ट दे कर सकता है। जे अपने अपने सूबे के विच नहीं करता, ਇਹਦਾ मतलब उन्हें पंजाब जाके नहीं करना। अभी कोर कमेटी गिरफ्तारियां देने जा रही है। कोर कमेटी सीएम हाउस सीएम को जा रही है कि ਜਿਹੜਾ ਤੁਸੀਂ ਝੂਠੇ ਕੇਸ ਤੁਸੀਂ ਸਾਡੇ ਵਰਕਰਾਂ ਦੇ ਬਣਾਏ ਤੇ ਹੁਣ ਲੀਡਰਸ਼ਿਪ ਤੇ ਬਣਾਉਣ ਲੱਗੇ ਹੋ, ਅਸੀਂ ਤਿਆਰ ਆ। ਤੁਸੀਂ ਸਿੱਧਾ ਇੱਕ ਦਿਨ 'ਚ ਹੀ ਸਾਰਿਆਂ ਨੂੰ ਅਰੈਸਟ ਕਰ ਲਓ। ਸਾਨੂੰ ਕੋਈ ਪ੍ਰੋਬਲਮ ਨਹੀਂ, ਨਾ ਕੇਸਾਂ ਤੋਂ ਡਰ ਹੈ ਨਾ ਅਰੈਸਟ ਤੋਂ ਡਰ ਹੈ। ਆ ਡਰਾਮੇ ਕਰਨੇ ਬੰਦ ਕਰੋ। ਜਨਤਾ ਦੇ ਮੁੱਦਿਆਂ ਨੂੰ ਨਹੀਂ ਉਠਾ ਰਹੇ। 4 ਸਾਲ 5 ਸਾਲ ਜਨਤਾ ਦੇ ਮੁੱਦਿਆਂ ਨਾਲ ਧੋਖਾ ਦਿੱਤਾ ਹੈ। पंजाब में जेल ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਰਨਾਲਾ ਆਮਦ ਤੇ ਜੰਮ ਕੇ ਵਿਰੋਧ ਹੋਇਆ ਹੈ। ਬੇਰੁਜ਼ਗਾਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਖਿਲਾਫ ਨਾਅਰੇ ਲਾਏ ਗਏ ਹਨ। ਪੁਲਿਸ ਵੱਲੋਂ ਭਾਵੇਂ ਨਾਅਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ, ਪਰ ਚਰਨਜੀਤ ਚੰਨੀ ਨੇ ਮੰਚ ਤੋਂ ਇਹ ਸੰਬੋਧਨ ਕੀਤਾ ਹੈ ਕਿ ਜੋ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੀ ਸਟੇਜ ਦੇ ਵਿੱਚ ਖਲਲ ਪਾਉਂਦੇ ਹਨ, ਉਹਨਾਂ ਦੇ ਖਿਲਾਫ ਹੁਣ ਪਰਚੇ ਹੋਣਗੇ। ਇਹ ਪ੍ਰਦਰਸ਼ਨਕਾਰੀ ਜਾਂ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨ ਨਾ ਕਰਨ। ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਚ ਤੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਪਹਿਲਾਂ ਵਾਲਾ ਮੁੱਖ ਮੰਤਰੀ ਸੁੱਤਾ ਨਹੀਂ ਉੱਠਦਾ ਸੀ ਤੇ ਮੈਂ ਹੁਣ ਸੌ ਕੇ ਨਹੀਂ ਵੇਖਿਆ। ਜਦੋਂ ਮਰਜ਼ੀ ਮੇਰੇ ਦਰਬਾਰ ਆਓ ਤੇ ਆਪਣੇ ਮਸਲੇ ਹੱਲ ਕਰਵਾਓ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜੇਕਰ 10,000 ਦੇ ਇਕੱਠ 'ਚੋਂ 10 ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਹਨਾਂ ਖਿਲਾਫ ਹੁਣ ਪਰਚੇ ਹੋਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚ ਅੱਜ ਮਹਿਲ ਕਲਾ ਬਰਨਾਲਾ ਅਤੇ ਤਪਾ ਮੰਡੀ ਵਿਖੇ ਚਰਨਜੀਤ ਚੰਨੀ ਦੀ ਫੇਰੀ ਦੌਰਾਨ ਕੱਚੇ ਮੁਲਾਜ਼ਮਾਂ ਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ 'ਚੋਂ ਕੁਝ ਟੈਂਕੀ ਤੇ ਵੀ ਚੜ੍ਹੇ। ਬਾਅਦ ਵਿੱਚ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। लेकिन मैं यूनियन वालों को कहना चाहता हूं कि चाहे कर्मचारी यूनियन है चाहे कोई यूनियन है, जेड़ी किसी भी पार्टी ने प्रोग्राम जाके इस तरह खड़ पाएगी, ऐसी उन्होंने कोई सुनवाई नहीं करनी। जेड़ा टैंकी पर चढ़ के बैठेगा उन्हें मंग नहीं मिलनी है, पर्चा हो सकता है। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਕਾਂਗਰਸ ਦੀ ਸਾਜ਼ਿਸ਼ ਦੇ ਖਿਲਾਫ ਰੋਸ ਪ੍ਰਗਟਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਅੱਗੇ ਗ੍ਰਿਫਤਾਰੀਆਂ ਦੇਣਗੇ, ਜਿਸ ਤਹਿਤ ਅੱਜ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੱਲਾ ਬੋਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗ੍ਰਿਫਤਾਰੀ ਦੇਣ ਲਈ ਮੁੱਖ ਮੰਤਰੀ ਨਿਵਾਸ ਵੱਲ ਵਧੇ, ਪਰ ਪੁਲਿਸ ਨੇ ਉਹਨਾਂ ਨੂੰ ਮੁੱਖ ਮੰਤਰੀ ਨਿਵਾਸ ਨੇੜੇ ਹੀ ਰੋਕ ਲਿਆ। ਬਾਅਦ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਆਦਿ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੇ ਟੈਂਕੀ ਤੇ ਚੜ੍ਹੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ। ਬਿਕਰਮ ਸਿੰਘ ਮਜੀਠੀਆ ਨੇ ਇਸ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਲ ਦਰਦ ਇਹ ਹੈ ਕਿ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਰੱਖਿਆ, ਜਿਸ ਕਾਰਨ ਉਹ ਆਪਣਾ ਗੁੱਸਾ ਅਕਾਲੀ ਆਗੂਆਂ ਤੇ ਕੱਢਣਾ ਚਾਹੁੰਦੇ ਹਨ। Sir, it is a contempt of court. This is a clear contempt of court. First, there are two issues. STF report. He has already read the report. High Court, the report which is in sealed cover, how did he read it? So it is a contempt of court, and
the man, I think, either doesn't have the brains or what. Everything that he's talking is against the basic principles of law. और मैं बार बार कह रहा हूँ that this is about vendetta. It is not about justice. It is about him not becoming the chief minister. His issue is his heart starts to burn. ਉਹਦੇ ਤਾਂ ਦਿਲ ਨੂੰ ਅੱਗ ਲੱਗ ਜਾਂਦੀ ਹੈ ਜੇ ਚੰਨੀ ਨੂੰ ਹੈਲੀਕਾਪਟਰ 'ਚ ਵੇਖ ਲੈਂਦਾ। 2 ਦਿਨ ਚੰਨੀ ਇਹਨੂੰ ਹੈਲੀਕਾਪਟਰ 'ਚ ਘੁਮਾਵੇ, ਇਹ 3 ਦਿਨ ਸ਼ਾਂਤ ਰਹਿੰਦਾ। ਜਿਸ ਦਿਨ ਇਹਨੂੰ ਲੱਗਦਾ ਕਿ ਲੈ ਉਹ ਤਾਂ ਉਹ ਫਿਰਨਾ ਮੈਂ ਸੀ ਤੇ ਮੈਂ ਇੱਥੇ ਰਗੜਿਆ ਖਾਉਂਦਾ ਫਿਰਦਾ, ਫਿਰ ਇਹਦੇ ਦਿਲ ਨੂੰ ਕੁਝ ਹੋਣ ਲੱਗ ਪੈਂਦਾ। और क्या जी, और क्या है? आप मेरे को एक बात बताओ, अगर एक तरफ कहते हैं कि हमको बड़ा कोर्ट की जो नहीं पालना नहीं कि कोर्ट पे हमको विश्वास है, तो फिर क्यों भजदे हो कोर्ट तो? मैं जब आपदी पाई उत्थे कोर्ट च कि मेरी गल सुन लो, ये तो विरोध कर रहे हैं। जे इफ यू आर जस्टिस तो तुसी सब दी गल आ लैण दिओ। मेरी गल तो इसलिए नहीं आना चाहते क्योंकि इन्हों पता फिर लभू कुछ ना। एंड दिस इज नॉट अबाउट मिस्टर सिद्धू वॉज विद मी इन 2007 to 2016। मैनू तो छोटा भरा कहंदा सी। ये तो कल्ली सियासत है। हुण ठोको ताली की वारी आ गई है कांग्रेस तो भज्जण दी। ही इज़ वेरी अपसैट ਉਹਦੇ ਵਿਚਾਰੇ ਦਾ कि चन्नी मुख मंत्री बन गया, मैं सड़क ते रह गया। रौला तो चन्नी नाल तदे की चन्नी नूं मुख मंत्री कबूलदा ये तो नहीं कि सिद्धू साहब। मेरा तुहानूं चैलेंज है सिद्धू साहब, 2 गल्लां दा चैलेंज है। एक तो कहो कि तुहाडा 22 दा कांग्रेस दा चेहरा चन्नी है कि नहीं है, दसो, कदे नहीं मनूगा। दूजी गल, जे ना बैठिया ना मरन वास्ते ते तू फिर भगवंत सिंह दा मुंडा भी नहीं, पक्की गल। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਦੋਸ਼ਾਂ ਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਜਵਾਬ ਦਿੱਤਾ ਹੈ। ਸਿੱਧੂ ਨੇ ਆਖਿਆ ਹੈ ਕਿ ਜੇਕਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਵਾਲੇ ਡੀਜੀਪੀ ਜਾਂ ਏਜੀ ਨਾਲ ਇੱਕ ਵੀ ਬੰਦ ਕਮਰਾ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ। ਉਹਨਾਂ ਕਿਹਾ ਕਿ ਸੁਖਬੀਰ ਗੱਲਾਂ ਨਾ ਕਰੇ, ਸਬੂਤ ਪੇਸ਼ ਕਰੇ। ਸੁਖਬੀਰ ਵੱਲੋਂ ਸਿਰਫ ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਨਾ ਤਾਂ ਮੇਰੀ ਕੋਈ ਬੱਸ ਚੱਲਦੀ ਏ ਅਤੇ ਨਾ ਹੀ ਮੇਰੀ ਕੋਈ ਰੇਤ ਦੀ ਖੱਡ ਏ। ਉਹਨਾਂ ਕਿਹਾ ਕਿ ਮੈਨੂੰ ਕਿਸੇ ਗ੍ਰਿਫਤਾਰੀ ਦਾ ਡਰ ਨਹੀਂ ਏ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਿੱਧੂ ਵੱਲੋਂ ਡੀਜੀਪੀ ਨਾਲ ਮੁਲਾਕਾਤ ਕਰਕੇ ਬਿਕਰਮ ਮਜੀਠੀਆ ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੇ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਤੇ ਜੰਮ ਕੇ ਰਗੜੇ ਲਗਾਏ। ਉਹਨਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰਦਾ ਰਿਹਾ ਹੈ। ਭਾਵੇਂ ਅਕਾਲੀ ਦਲ ਮੂਹਰੇ ਸੀ ਪਰ ਪਿੱਛੇ ਕੋਈ ਹੋਰ ਹੀ ਸੀ। ਸਿੱਧੂ ਨੇ ਕਿਹਾ ਕਿ ਇਸ ਵਾਰ 60-40 ਦੀ ਖੇਡ ਨਹੀਂ ਚੱਲੇਗੀ। ਇਸ ਵਾਰ ਲੋਕਾਂ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਫਾਇਦੇ ਜਾਣਗੇ। ਇਸ ਕਰਕੇ ਛੜਯੰਤਰਾਂ ਵਾਲੀਆਂ ਗੱਲਾਂ ਮੇਰੇ ਨਾਲ ਨਾ ਕਰ ਮਿੱਤਰ ਪਿਆਰੇ। ਜੇ ਤੇਰੇ ਕੋਲ ਕੋਈ ਪ੍ਰੂਫ ਹੈ ਮੈਂ ਰਾਜਨੀਤੀ ਛੱਡੂ, ਚੱਲ ਲਿਆ ਵੀ ਸੁਮੇਧ ਸੈਣੀ ਦਾ ਬਲੂ ਆਈਡ ਬॉय ਮੇਰੇ ਨਾਲ ਮੀਟਿੰਗ ਕਰ ਗਿਆ। ਮੈਂ ਤਾਂ ਪਹਿਲੇ ਦਿਨ ਤੋਂ ਡਟ ਕੇ ਖੜਾ। ਤੇ ਜਿਹੜੀ ਗੁਰੂ ਦੀ ਬੇਅਦਬੀ ਦੀ ਗੱਲ ਹੈ ਅੱਜ ਨਹੀਂ ਚੱਕੀ, ਪਹਿਲੀ ਕੈਬਨਿਟ ਤੋਂ ਚੱਕੀ ਹੈ। ਤੁਹਾਡੇ ਪਾਪਾ ਜੀ ਵੀ ਛੁਰਲੀਆਂ ਛੱਡਦੇ ਰਹੇ ਮਾਸਟਰ, ਤੇ ਤੁਸੀਂ ਵੀ ਸ਼ਗੂਫੇ ਛੱਡਦੇ ਹੋ। ਲੇਕਿਨ ਕਈ ਲੋਕ ਇਮਾਨਦਾਰ ਨੇ, ਆਪਣੇ ਈਮਾਨ ਤੇ ਖੜੇ ਆ। ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਉਂਗਲ ਨਹੀਂ ਚੱਕ ਸਕਦਾ। ਨਵਜੋਤ ਸਿੱਧੂ ਉਹਨਾਂ ਤੇ, ਉਹਨਾਂ ਦਾ ਪਹਿਰੇਦਾਰ ਹੈ। ਤੇ ਐਤਕੀ ਸਰਕਾਰ ਉਸੇ ਇਮਾਨਦਾਰੀ ਤੇ ਬਣੇਗੀ, ਉਸੇ ਮੋਰਲ ਅਥਾਰਟੀ ਤੇ ਬਣੇਗੀ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਬਠਿੰਡਾ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਭਾਈ ਕਨਈਆ ਚੌਂਕ ਵਿਖੇ ਅਰਥੀ ਫੂਕ ਕੇ ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮਾਂ ਪ੍ਰਤੀ ਹੰਕਾਰੀ ਵਿਹਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਮੁਲਾਜ਼ਮਾਂ ਨੇ ਉੱਥੋਂ ਦੀ ਲੰਘ ਰਹੇ ਭੁਪਿੰਦਰ ਸਿੰਘ ਗੋਰਾ ਕਾਂਗਰਸ ਦੇ ਹਲਕਾ ਇੰਚਾਰਜ ਮੋੜ ਦਾ ਘਿਰਾਓ ਕਰ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਸਵਾਲ ਜਵਾਬ ਵੀ ਕੀਤੇ। ਡਾਕਟਰ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਮੈਂ ਇਹਨਾਂ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਰੱਖਾਂਗਾ। ਮੈਂ ਤਾਂ ਭੁਪਿੰਦਰ ਸਿੰਘ ਗੋਰਾ ਹਲਕਾ ਇੰਚਾਰਜ ਆ ਮੌੜ ਦਾ ਜੀ, ਕਾਂਗਰਸ ਪਾਰਟੀ ਦਾ ਤੇ ਜਨਰਲ ਸੈਕਟਰੀ ਪੰਜਾਬ ਦਾ। ਅੱਜ ਜਿਹੜੀ ਮੰਗ ਰੱਖੀ ਹੈ ਮੇਰੇ ਭਰਾਵਾਂ ਨੇ ਬਿਜਲੀ ਬੋਰਡ ਦੇ ਜਿਹੜੇ ਸਾਰੇ ਮੁਲਾਜ਼ਮਾਂ ਨੇ, ਇਹ ਮੰਗ ਬਿਲਕੁਲ ਜਾਇਜ਼ ਹੈ ਕਿਉਂਕਿ ਹਰ ਇੱਕ ਬੰਦਾ ਉਹਦੀ ਮੰਗ ਮੰਗਦਾ ਜਦੋਂ ਜ਼ਰੂਰਤ ਹੋਵੇ। 11 ਦੇ ਵਿੱਚ ਇਹਨਾਂ ਦਾ ਜਿਹੜਾ ਸਕੇਲ ਸੀਗਾ ਉਹ ਲੜ ਰਿਹਾ ਸੀਗਾ, 11 ਤੋਂ ਬਾਅਦ ਜਿਹੜਾ ਹੈਗਾ ਇਹ ਰੋਕਿਆ ਗਿਆ।
ਇਹ ਕਹਿੰਦੇ ਪਹਿਲੇ ਵਾਲੇ ਸਾਡਾ ਜਿਹੜਾ ਹੈਗਾ 11 ਦੇ ਹਿਸਾਬ ਦੇ ਵਿੱਚ ਹੀ ਸਾਡਾ ਉਹ ਐਡਜਸਟ ਕੀਤਾ ਜਾਵੇ ਤਾਂ ਕਿ ਜਿਹੜਾ ਸਾਡੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੋ ਸਕੇ। ਤੇ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਕੋਈ ਬਿਜਲੀ ਬੋਰਡ ਇੱਕ ਮਹਿਕਮਾ ਐਸਾ ਜਿਹਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ, ਜਿਹੜਾ ਸਾਨੂੰ ਚਾਨਣ ਮੁਨਿਆਰਾ ਦਿੰਦਾ। ਸਾਡਾ ਅਜੇ ਸ਼ਹਿਰ ਦੀ ਜ਼ਿੰਦਗੀ ਲਾ ਲਓ ਜਾਂ ਸਾਡੀ ਹਰ ਇੱਕ ਚੀਜ਼ ਲਾ ਲਓ ਅੱਜ ਕੱਲ੍ਹ ਬਿਜਲੀ ਦੇ ਉੱਤੇ ਡਿਪੈਂਡ ਆ, ਤੇ ਇਹ ਸਾਡੀ ਦਿਨ ਰਾਤ ਸੇਵਾ ਕਰਦੇ ਆ ਤੇ ਸਾਨੂੰ ਵੀ ਇਹਨਾਂ ਦੀ ਜ਼ਰੂਰਤ ਜਿਹੜੀਆਂ ਹੈਗੀਆਂ ਮੰਨਣੀਆਂ ਚਾਹੀਦੀਆਂ। ਮੈਂ ਸਰਦਾਰ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ, ਸਾਡੇ ਪ੍ਰਧਾਨ ਆ ਜਿਹੜੇ ਨਵਜੋਤ ਸਿੰਘ ਸਿੱਧੂ ਜੀ, ਜਿਹੜੇ ਕਿ ਕਹਿ ਰਹੇ ਆ ਵੀ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਮੁਲਾਜ਼ਮ ਦੀ ਮੰਗ ਅਸੀਂ ਪੂਰੀ ਕਰਕੇ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਈ ਵੀ ਧਰਨਾ ਨਾ ਲੱਗੇ। ਤੁਸੀਂ ਦੇਖੋ ਜੇ ਕੈਪਟਨ ਦੀ ਸਰਕਾਰ ਦੇ ਵਿੱਚ 100% ਧਰਨੇ ਸੀ ਜਿਹੜੇ ਅੱਜ 80% ਮਤਲਬ ਕਿ ਚੱਕੇ ਗਏ, 20% ਦਾ ਰਹਿ ਗਏ ਆ। ਉਹ ਵੀ ਜਿਹੜਾ ਹੈਗਾ ਕਿਉਂਕਿ ਟਾਈਮ ਥੋੜ੍ਹਾ, ਤੇ ਟਾਈਮ ਦੇ ਥੋੜ੍ਹੇ ਦੇ ਵਿੱਚ ਜਿਹੜੀਆਂ ਇਹ ਮੁਸ਼ਕਲਾਂ ਹੱਲ ਕਰਨੀਆਂ, ਉਹਨੂੰ ਜਿਹੜਾ ਉਹਦੇ ਬਿੱਲ ਪਾਸ ਕਰਨੇ, ਉਹ ਫਿਰ ਟਾਈਮ ਦੇ ਲਿਮਟ ਕਰਕੇ ਜਿਹੜਾ ਹੈਗਾ ਇਹ ਜ਼ਰੂਰ ਜਿਹੜਾ ਡਿਲੇ ਹੋ ਰਿਹਾ ਕਿਉਂਕਿ ਸ਼ਾਰਟ ਟਾਈਮ ਹੈ ਤੇ ਕੰਮ ਕਰਨ ਵਾਲੇ ਬਹੁਤ ਪਏ ਆ ਕਿਉਂਕਿ 4.5 ਸਾਲ ਇੱਕ ਤਰ੍ਹਾਂ ਨਾਲ ਕੰਮ ਬਹੁਤ ਲੌਂਕ ਗਏ ਸੀਗੇ। ਭਾਵੇਂ ਸਾਡੀ ਸਰਕਾਰ ਸੀ ਪਰ ਸਾਡਾ ਮੁੱਖ ਮੰਤਰੀ ਜਿਹੜਾ ਸੀਗਾ ਸਭ ਨੂੰ ਪਤਾ, ਤੇ ਇਸ ਕਰਕੇ ਅੱਜ ਜੇ ਚੰਨੀ ਸਾਹਿਬ ਤੋਂ ਤੇ ਨਵਜੋਤ ਸਿੰਘ ਸਿੱਧੂ ਤੋਂ ਪੂਰੀ ਪੰਜਾਬ ਨੂੰ ਆਸ ਹੈ ਤੇ 100% ਇਹਨਾਂ ਦਾ ਕੰਮ ਜਿਹੜਾ ਹੈਗਾ ਅਸੀਂ ਹੱਲ ਕਰਾਵਾਂਗੇ ਤਾਂ ਕਿ ਸਾਡਾ ਕੋਈ ਵੀ ਭਰਾ ਸਾਡੇ ਦੇ ਵਿੱਚੋਂ ਜਾ ਕੇ ਸੜਕਾਂ ਤੇ ਨਾ ਬੈਠੇ, ਉਹਨੂੰ ਨਾ ਲੋੜ ਪਵੇ ਤਾਂ ਕਿ ਅਸੀਂ ਜਿਹੜਾ ਹੈਗਾ ਸਾਰਿਆਂ ਦੀ ਮੁਸ਼ਕਲਾਂ ਨੂੰ ਹੱਲ ਕਰਾ ਸਕੀਏ। ਸਰਕਾਰੀ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਅੱਜ ਪਟਿਆਲਾ ਵਿੱਚ ਆਲ ਇੰਡੀਆ ਬੈਂਕ ਆਫੀਸਰਸ ਕਨਫੈਡਰੇਸ਼ਨ ਵੱਲੋਂ ਪਟਿਆਲਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਸਖਤ ਨਾਅਰੇਬਾਜ਼ੀ ਕਰ ਰਹੇ ਇਹਨਾਂ ਬੈਂਕ ਮੁਲਾਜ਼ਮਾਂ ਨੇ ਬੈਂਕ ਬਚਾਓ ਦੇਸ਼ ਬਚਾਓ ਦੇ ਤਹਿਤ ਇੱਕ ਰੋਸ ਰੈਲੀ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਬੈਂਕਾਂ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਘਿਨੌਣੀ ਸਾਜ਼ਿਸ਼ ਕਰ ਰਿਹਾ ਹੈ, ਜਿਸ ਦੇ ਚਲਦੇ ਉਹ ਸੰਸਦ ਵਿੱਚ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਇੱਕ ਬਿੱਲ ਲੈ ਕੇ ਆ ਰਹੀ ਹੈ ਅਤੇ ਜੇਕਰ ਇਹ ਬਿੱਲ ਸੰਸਦ ਵਿੱਚ ਪਾਸ ਹੋ ਜਾਂਦਾ ਹੈ ਤਾਂ ਇਸ ਬਿੱਲ ਦੇ ਕਾਫੀ ਨੁਕਸਾਨ ਜਿੱਥੇ ਬੈਂਕ ਕਰਮਚਾਰੀਆਂ ਨੂੰ ਭੁਗਤਣੇ ਪੈਣਗੇ, ਉੱਥੇ ਹੀ ਆਮ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਹੋਵੇਗਾ, ਜਿਸ ਕਰਕੇ ਉਹ ਇਸ ਬਿੱਲ ਦਾ ਸਖਤ ਵਿਰੋਧ ਕਰਦੇ ਹਨ। ਇਹ ਸਾਡੀ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਜਿਹੜੀ 3,20,000 ਬੈਂਕ ਆਫੀਸਰਸ ਦੀ ਨੁਮਾਇੰਦਗੀ ਕਰਦੀ ਹੈ, ਉਹਨੇ ਇਹ ਕੈਂਪੇਨ ਚਲਾਇਆ ਆਲ ਇੰਡੀਆ ਦਾ ਜਿਹਦਾ ਨਾਂ ਦਿੱਤਾ ਗਿਆ ਬੈਂਕ ਬਚਾਓ ਦੇਸ਼ ਬਚਾਓ। ਇਹਦੇ ਪਿੱਛੇ ਕਾਰਨ ਹੈ ਕਿ ਜਿਹੜਾ ਆਉਣ ਵਾਲਾ ਪਾਰਲੀਮੈਂਟ ਸੈਸ਼ਨ ਹੈ ਉਹਦੇ ਵਿੱਚ ਕੇਂਦਰ ਸਰਕਾਰ ਇੱਕ ਬੈਂਕਿੰਗ ਅਮੈਂਡਮੈਂਟ ਬਿੱਲ ਲਿਆਉਣਾ ਜਾ ਰਹੀ ਹੈ, ਜਿਹਦੇ ਨਾਲ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦਿੱਤਾ ਜਾਵੇਗਾ। ਇਹਦਾ ਅਸੀਂ ਪੁਰਜ਼ੋਰ ਵਿਰੋਧ ਕਰ ਰਹੇ ਹਾਂ ਔਰ ਸਾਰੇ ਦੇਸ਼ ਦੇ ਵਿੱਚ ਭਾਰਤ ਯਾਤਰਾ ਪ੍ਰੋਗਰਾਮ ਚੱਲ ਰਿਹਾ ਜਿਹੜਾ ਕਿ 30 ਤਰੀਕ ਨੂੰ ਜੰਤਰ ਮੰਤਰ ਤੇ ਖਤਮ ਹੋਊਗਾ। ਉਸੇ ਕੜੀ ਦੇ ਵਿੱਚ ਅੱਜ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਪੰਜਾਬ ਸਟੇਟ ਨੇ ਇਹ ਰੋਸ ਮੁਜ਼ਾਹਰਾ ਔਰ ਇੱਕ ਰੈਲੀ ਦਾ ਆਯੋਜਨ ਕੀਤਾ, ਜਿਹਦੇ ਵਿੱਚ ਅਸੀਂ ਬੈਂਕ ਆਫੀਸਰ ਦੇ ਨਾਲ ਸਮਾਜ ਦੇ ਵੱਖ-ਵੱਖ ਲੋਕਾਂ ਨੂੰ ਵੀ ਇੱਥੇ ਸੱਦਾ ਦਿੱਤਾ ਹੈ ਤਾਂ ਕਿ ਇੱਕ ਪਬਲਿਕ ਓਪੀਨੀਅਨ ਬਣਾਈ ਜਾ ਸਕੇ ਕਿ ਜਿਹੜੇ ਸਰਕਾਰੀ ਬੈਂਕ ਹੈ ਇਹ ਲੋਕਾਂ ਦੀ ਸੇਵਾ ਵਾਸਤੇ ਬਣੇ ਸੀ ਔਰ ਲੋਕਾਂ ਦੀ ਸੇਵਾ ਕਰ ਰਹੇ। ਦੇਖੋ ਇਹਦੇ ਜੇ ਬਿੱਲ ਲਾਗੂ ਹੁੰਦਾ ਹੈ ਤਾਂ ਜਿੰਨੇ ਵੀ ਸਰਕਾਰੀ ਬੈਂਕ ਹੈ ਉਹਨਾਂ ਦੇ ਵਿੱਚ ਜਿਹੜੀ ਸਰਕਾਰ ਦੀ ਹਿੱਸੇਦਾਰੀ ਹੈ ਉਹਨੂੰ 51% ਤੋਂ ਘਟਾਇਆ ਜਾ ਸਕਦਾ, ਜਿਹਦੇ ਨਾਲ ਕਿ ਉਹ ਜਿਹੜੇ ਉਹਨਾਂ ਦੀ ਮਾਲਕੀਅਤ ਹੈ ਉਹ ਪ੍ਰਾਈਵੇਟ ਹੱਥਾਂ ਚਲੀ ਜਾਏਗੀ। ਤੁਸੀਂ ਹੁਣੀ ਦੇਖਿਆ ਹੋਊਗਾ 에ਅਰ ਇੰਡੀਆ ਨੂੰ ਕਿਸ ਤਰੀਕੇ ਦੇ ਨਾਲ ਵੇਚਿਆ ਗਿਆ ਹੈ। ਇਹੀ ਜਿਹੜਾ ਮੋਟਿਵ ਹੈ ਸਰਕਾਰ ਦਾ ਕਿ ਜਿਹੜੇ ਸਰਕਾਰੀ ਬੈਂਕ ਹੈ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਹੈ ਔਰ ਪਬਲਿਕ ਸੈਕਟਰ ਬੈਂਕ ਜਦੋਂ ਬਣੇ ਸੀਗੇ ਉਹ ਉਹਦਾ ਬਣਾਉਣ ਦਾ ਪਿੱਛੇ ਕਾਰਨ ਇਹੀ ਸੀਗਾ 1969 ਦੇ ਵਿੱਚ ਕਿ ਜਿਹੜੇ ਆਮ ਲੋਕਾਂ ਦੇ ਬੈਂਕ ਬਣਾਏ ਜਾਣ, ਆਮ ਲੋਕਾਂ ਨੂੰ ਸੇਵਾ ਦੇਈ ਜਾ ਸਕੇ। ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਸਰਕਾਰੀ ਬੈਂਕ ਹੈ ਇਹ ਤੁਸੀਂ ਦੇਖਿਆ ਹੋਊਗਾ ਕਰੋਨਾ ਕਾਲ ਦੇ ਵਿੱਚ ਜਦੋਂ ਸਾਰਾ ਦੇਸ਼ ਬੰਦ ਸੀਗਾ ਉਦੋਂ ਵੀ ਸਰਕਾਰੀ ਬੈਂਕ ਲੋਕਾਂ ਦੀ ਸੇਵਾ ਕਰਦੇ ਰਹੇ ਹੈ ਔਰ ਹੁਣ ਕੇਂਦਰ ਸਰਕਾਰ ਇਸ ਤਰੀਕੇ ਦਾ ਬਿੱਲ ਲਿਆਉਣ ਜਾ ਰਹੀ ਹੈ ਕਿ ਜਿਹਦੇ ਵਿੱਚ ਪ੍ਰਾਈਵੇਟ ਪਲੇਅਰ ਜਿਹੜੇ ਹੈ ਉਹ ਸਰਕਾਰੀ ਬੈਂਕਾਂ ਨੂੰ ਖਰੀਦ ਸਕਣਗੇ। ਆਮ ਲੋਕਾਂ ਨੂੰ ਬਿਲਕੁਲ ਪਏਗਾ ਜੀ, ਮੁਲਾਜ਼ਮਾਂ ਦੇ ਨਾਲ ਆਮ ਲੋਕਾਂ ਨੂੰ ਇਹਦਾ ਘਾਟਾ ਪਏਗਾ। ਜਿਹੜੀ ਸੋਵਰਨ ਗਰੰਟੀ ਹੈ ਜਿਹੜੇ ਬੈਂਕ ਜਿਹੜੇ ਜਮ੍ਹਾਂ ਧਾਰਕ ਹੈਗੇ ਆ ਸਾਡੇ ਜਿਹੜੇ ਛੋਟੇ ਡਿਪੋਜ਼ਿਟਰ ਹੈਗੇ ਆ ਵੱਡੇ ਡਿਪੋਜ਼ਿਟਰ ਹੈਗੇ ਆ ਉਹ ਸੋਵਰਨ ਗਰੰਟੀ ਜਿਹੜੀ ਆ ਉਹ ਇਸ ਬਿੱਲ ਨਾਲ ਖਤਮ ਹੋ ਜਾਵੇਗੀ, ਜਿਹਦੇ ਨਾਲ ਕਿ ਲੋਕਾਂ ਦਾ ਨੁਕਸਾਨ ਹੋਊਗਾ। ਜਿਹੜੇ ਆਮ ਲੋਕਾਂ ਦਾ ਪੈਸਾ ਸਰਕਾਰੀ ਬੈਂਕਾਂ ਦੇ ਵਿੱਚ ਪਿਆ ਉਹ ਖਤਰੇ 'ਚ ਪਊਗਾ। ਦੇਖੋ ਤੁਸੀਂ ਦੇਖਿਆ ਹੋਵੇਗਾ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਸਾਡੇ ਦੇਸ਼ ਦੇ ਵਿੱਚ ਚੱਲਿਆ ਔਰ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ, ਉਹ ਬਿੱਲ ਵਾਪਸ ਲੈਣੇ ਪਏ। ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਪਬਲਿਕ ਓਪੀਨੀਅਨ ਬਣਾਈ ਜਾ ਸਕੇ ਕਿ ਜਿਹੜੇ ਸਰਕਾਰੀ ਬੈਂਕ ਹੈ ਉਹ ਦੇਸ਼ ਦੀ ਸੇਵਾ ਵਾਸਤੇ ਬਣੇ ਸੀਗੇ ਔਰ ਦੇਸ਼ ਦੀ ਸੇਵਾ ਕਰ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਜਦ ਤੋਂ ਕੇਂਦਰ ਦੇ ਵਿੱਚ ਇਹ ਸਰਕਾਰ ਆਈ ਹੈ ਇਹ ਜਿੰਨੀ ਵੀ ਸਕੀਮਾਂ ਹੈ ਸਾਰੀ ਸਰਕਾਰੀ ਬੈਂਕਾਂ ਦੇ ਥਰੂ ਲਾਗੂ ਕੀਤੀਆਂ, ਚਾਹੇ ਉਹ ਅਟਲ ਪੈਨਸ਼ਨ ਯੋਜਨਾ ਹੋਵੇ, ਚਾਹੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਹੋਵੇ, ਚਾਹੇ ਸੁਰੱਖਿਆ ਬੀਮਾ ਯੋਜਨਾ ਹੋਵੇ, ਚਾਹੇ ਜੀਵਨ ਜੋਤੀ ਬੀਮਾ ਹੋਵੇ, ਗੈਸ ਦੀ ਸਬਸਿਡੀ ਹੋਵੇ, ਸਾਰੀਆਂ ਸਕੀਮਾਂ ਜਿਹੜੀਆਂ ਉਹ ਸਰਕਾਰੀ ਬੈਂਕਾਂ ਦੇ ਥਰੂ ਲਾਗੂ ਕੀਤੀਆਂ ਜਾਂਦੀਆਂ ਔਰ ਹੁਣ ਇਹੀ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾ ਰਿਹਾ ਜਿਹਦਾ ਕਿ ਅਸੀਂ ਵਿਰੋਧ ਕਰਦੇ ਹਾਂ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੋਹਾਲੀ ਵਿਖੇ ਸਿੱਖਿਆ ਬੋਰਡ ਦਫ਼ਤਰ ਮੂਹਰੇ ਧਰਨੇ ਉੱਤੇ ਬੈਠੇ ਕੱਚੇ ਅਧਿਆਪਕਾਂ ਅਤੇ ਸੁਹਾਣਾ ਵਿਖੇ ਪਾਣੀ ਵਾਲੀ ਟੈਂਕੀ ਉੱਤੇ ਚੜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨਾਲ ਧਰਨੇ ਵਿੱਚ ਬੈਠੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਕੇਜਰੀਵਾਲ ਨੇ ਧਰਨਾਕਾਰੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇਗਾ ਤਾਂ ਜੋ ਸੂਬੇ ਵਿੱਚ ਚੰਗੀ ਸਿੱਖਿਆ ਦਾ ਮਾਹੌਲ ਸਿਰਜਿਆ ਜਾਵੇ। ਅਰਵਿੰਦ ਕੇਜਰੀਵਾਲ ਧਰਨਾਕਾਰੀ ਅਧਿਆਪਕਾਂ ਨੂੰ ਮਿਲਣ ਲਈ ਅੱਜ ਸਵੇਰੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਕੱਚੇ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ समर्थन विच मोहाली पहुंचे सन। अभी मैं एयरपोर्ट से आ रहा था, मैं दिल्ली से आया, सीधा चंडीगढ़ एयरपोर्ट पे उतरा, वहां से सीधा आपके धरने पे आया हूं। अभी जब एयरपोर्ट से आ रहा था तो दो कदम पे होर्डिंग लगे हुए थे चन्नी साहब के, उसमें लिखा हुआ था कि हमने 36,000 कच्चे कर्मचारी पक्के कर दिए। तो उसमें आप में से भी कई सारे पक्के हुए होंगे, कोई पक्का नहीं किया, तो वो झूठ बोल रहे हैं। क्योंकि मेरे पास अभी थोड़े दिन पहले पंजाब के सफाई कर्मचारी भी आए थे, 36 बंदे भी नहीं हुए। वो सफाई कर्मचारी कह रहे थे जी हमारे को पक्का नहीं कर रहे। तो मैंने कहा जी चन्नी साहब कह रहे हैं 36,000 कर्मचारी पक्के कर दिए, बोले जी हमारा एक भी नहीं करा। तो मैं सोच रहा था कि इतने बड़े बड़े होर्डिंग लगा रखे हैं कि 36,000 कर्मचारी पक्के कर दिए, उसमें ना तो कोई टीचर हुआ ना कोई सफाई कर्मचारी हुआ, तो वो 36,000 सफाई कर्मचारी कौन से पक्के किए? मेरे तो झूठ बोल रहे हैं इसका। दोस्तों मैं अभी यहाँ पे बैठ के आपके नेताओं की सारी बातें सुन रहा था। उन्होंने बताया कि इसी धरने पे लगभग सारे नेता आ चुके हैं, कैप्टन साहब भी आए, मनप्रीत बादल भी आपके किसी धरने पे पहुंचे, सारे पार्टियों के सारे नेता आ चुके हैं। मेरे ख्याल से आप लोग भी भाषण सुन सुन के पक गए होंगे। जिंदगी आपकी भाषण सुन सुन के बीत गई, जिंदगी आपकी वादे सुन सुन के बीत गई। मैं ये सोच रहा था कि यहाँ बैठे हुए ये लोग सोच रहे होंगे कि ये भी एक आ गया, ये भी अब भाषण देने आ गया, ये भी अब वादे करके चला जाएगा। तो मैं ये पहली चीज तो ये कहना चाहता हूं कि दिल्ली के अंदर आप सब लोगों के दोस्त यार रिश्तेदार रहते होंगे। आपने सुना होगा कि दिल्ली के अंदर शिक्षा व्यवस्था कितनी अच्छी हो गई। सुना है कि नहीं सुना है? बिल्कुल मानते हो अच्छी हो गई। दिल्ली के अंदर जो स्कूल इतने अच्छे हो गए, दिल्ली के अंदर सरकारी स्कूल जो इतने अच्छे हो गए, वो केजरीवाल ने नहीं करे, वो मनीष सिसोदिया ने नहीं करे, वो हमारे टीचर्स ने करे हैं वहां पे। ਤੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ, ਪਰ ਮਾਂ-ਬਾਪ ਕਦੀ ਬਦਲੇ ਨਹੀਂ ਜਾਂਦੇ।